ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਕਾਲ ਵਿੱਚ ਜਿਸ ਦਾ ਨਾਮ ਸਤਯੁਗ ਹੈ, ਭਗਤ ਧਰੂ ਜੀ ਹੋਏ ਹਨ। ਭਗਤ ਜੀ ਦਾ ਜਨਮ ਰਾਜੇ ਉਤਾਨਪਾਦ ਦੇ ਘਰ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਸੁਨੀਤਾ ਸੀ। ਉਹ ਬੜੀ ਧਾਰਮਿਕ, ਨੇਕ ਤੇ ਸਤਵੰਤੀ ਇਸਤਰੀ ਸੀ। ਉਸ ਰਾਜੇ ਉਤਾਨਪਾਦ ਦੀਆਂ ਦੋ ਰਾਣੀਆਂ ਸਨ। ਛੋਟੀ ਰਾਣੀ ਕੁਝ ਤਾਂ ਸੁੰਦਰ ਬਹੁਤ ਸੀ, ਦੂਸਰਾ ਚੰਚਲ ਮਨ ਤੇ ਈਰਖਾ ਵਾਲੀ ਸੀ। ਉਸਨੇ ਰਾਜੇ ਨੂੰ ਕਾਬੂ ਕਰ ਰੱਖਿਆ ਸੀ। ਰਾਜੇ ਨੂੰ ਸਦਾ ਆਪਣੇ ਮਹਿਲ ਵਿੱਚ ਰੱਖਦੀ। ਉਸ ਦਾ ਵੀ ਇੱਕ ਲੜਕਾ ਸੀ। ਉਹ ਰਾਜੇ ਦੇ ਕੋਲ ਰਹਿੰਦਾ ਸੀ। ਰਾਜਾ ਉਸ ਨੂੰ ਗੋਦੀ ਚੁੱਕਦਾ ਸੀ। ਸੁਨੀਤਾ ਦੇ ਪੁੱਤਰ ਧਰੂ ਨੂੰ ਮਤਰੇਈ ਮਾਂ ਰਾਜੇ ਦੀ ਗੋਦ ਵਿੱਚ ਬੈਠ ਕੇ ਸੁੱਖ ਲੈਣ ਨਹੀਂ ਸੀ ਦਿੰਦੀ। ਐਸੀ ਦਸ਼ਾ ਵਿੱਚ ਬਾਲਕ ਕਈ ਵਾਰੀ ਸੋਚਦਾ, ਕਿਉਂਕਿ ਬਾਲਕ ਵਾਸਤੇ ਬਾਪ ਦੇ ਮਨ ਦਾ ਪਰਮ ਪਿਆਰ ਦਾ ਨਿੱਘ ਸੁਖਦਾਈ ਹੁੰਦਾ ਹੈ। ਜਿਸ ਨੂੰ ਬਾਪ ਦਾ ਪਿਆਰ ਨਹੀਂ ਮਿਲਦਾ, ਉਸ ਬੱਚੇ ਦਾ ਜੀਵਨ ਅਧੂਰਾ ਹੁੰਦਾ ਹੈ। ਉਸ ਦੇ ਮਨ ਵਿੱਚੋਂ ਉਮਰ ਭਰ ਵੇਦਨਾ ਖਤਮ ਨਹੀਂ ਹੁੰਦੀ। ਭਾਈ ਗੁਰਦਾਸ ਜੀ ਨੇ ਸ਼੍ਰੀ ਧਰੂ ਭਗਤ ਜੀ ਦੇ ਜੀਵਨ ਦੀ ਕਥਾ ਆਪਣੀ ਪੌੜੀ ਵਿੱਚ ਇਉਂ ਬਿਆਨ ਕੀਤੀ ਹੈ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡ ਹੋ ਲਿਕਾ ਮਾਂ ਪੁੱਛੇ, ਤੂੰ ਸਾਵਾਣੀ ਹੈ ਕਿ ਸਰੀਤਾ, ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਣ ਮੀਤਾ, ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਿਤ ਪੁਨੀਤਾ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਣ ਉਪਦੇਸਿਆ, ਅਬ ਚਲ ਰਾਜ ਕਰੋ ਨਿਤਨੀਤਾ, ਹਾਰ ਚਲੇ ਗੁਰਮੁਖ ਜਗ ਜੀਤਾ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਇੱਕ ਦਿਨ ਬਾਲਕਾਂ ਨਾਲ ਖੇਡਦਾ ਹੋਇਆ ਧਰੂ ਆਪਣੇ ਘਰ ਰਾਜ ਮਹਿਲ ਪੁੱਜਾ। ਉਹ ਬਹੁਤ ਪ੍ਰਸੰਨ ਚਿੱਤ ਤੇ ਹੱਸਦਾ ਸੀ। ਉਸ ਨੂੰ ਹੱਸਦਾ ਦੇਖ ਕੇ ਰਾਜੇ ਦੇ ਅੰਦਰ ਮੋਹ ਜਾਗਿਆ, ਪਿਆਰ ਆਇਆ। ਉਸ ਨੂੰ ਫੜ ਕੇ ਗੋਦ ਵਿੱਚ ਬਿਠਾ ਲਿਆ। ਘੁੱਟ ਕੇ ਹਿੱਕ ਨਾਲ ਲਾਉਂਦਾ ਹੋਇਆ, ਸਿਰ ਉੱਤੇ ਪਿਆਰ ਦਿੰਦਾ ਹੋਇਆ ਰਾਜਾ ਉਸ ਨਾਲ ਤੋਤਲੀਆਂ ਗੱਲਾਂ ਕਰਨ ਲੱਗਾ। ਜਦੋਂ ਰਾਜਾ ਆਪਣੇ ਪੁੱਤਰ ਧਰੂ ਨਾਲ ਪਿਆਰ ਦੀਆਂ ਗੱਲਾਂ ਕਰ ਰਿਹਾ ਸੀ, ਉਦੋਂ ਉਸ ਦੀ ਛੋਟੀ ਰਾਣੀ ਆ ਗਈ। ਉਹ ਈਰਖਾ ਕਰਦੀ ਸੀ, ਆਪਣੇ ਪੁੱਤਰ ਨੂੰ ਰਾਜ ਦਾ ਮਾਲਕ ਬਣਾਉਣਾ ਚਾਹੁੰਦੀ ਸੀ। ਉਸਨੇ ਜਦੋਂ ਦੇਖਿਆ ਕਿ ਉਸ ਦੀ ਸ਼ੌਂਕਣ ਦਾ ਪੁੱਤਰ ਧਰੂ ਰਾਜੇ ਦੀ ਗੋਦ ਵਿੱਚ ਬੈਠਾ ਪਿਆਰ ਪ੍ਰਾਪਤ ਕਰ ਰਿਹਾ ਹੈ, ਤਾਂ ਉਸਨੇ ਮਨ ਵਿੱਚ ਬੜਾ ਗੁੱਸਾ ਕੀਤਾ। ਉਸ ਦੇ ਮੱਥੇ ਉੱਤੇ ਤਿਉੜੀ ਪੈ ਗਈ, ਬੁੱਲ ਮਰੋੜੇ ਗਏ ਤੇ ਕਾਹਲੀ ਨਾਲ ਬੱਚੇ ਨੂੰ ਬਾਹੋਂ ਫੜ ਕੇ ਰਾਜੇ ਦੀ ਗੋਦ ਵਿੱਚੋਂ ਉਠਾ ਕੇ ਆਖਿਆ, ਤੂੰ ਰਾਜੇ ਦੀ ਗੋਦ ਵਿੱਚ ਨਹੀਂ ਬੈਠ ਸਕਦਾ, ਦੌੜ ਜਾ, ਇਸ ਮਹਿਲ ਵੱਲ ਮੁੜ ਕੇ ਨਾ ਆਈ। ਆਪਣੀ ਛੋਟੀ ਰਾਣੀ ਦੀ ਇਹ ਮਾੜੀ ਹਰਕਤ ਦੇਖ ਕੇ ਰਾਜਾ ਉਤਾਨਪਾਦ ਚੁੱਪ ਕਰ ਗਿਆ। ਉਸ ਨੂੰ ਕੋਈ ਗੱਲ ਨਾ ਆਪੜੀ। ਉਹ ਰਾਣੀ ਦੀ ਸੁੰਦਰਤਾ ਤੇ ਜਵਾਨੀ ਦਾ ਦਾਸ ਸੀ। ਵਾਸ਼ਨਾ ਨੇ ਉਸ ਨੂੰ ਨੀਵਾਂ ਕੀਤਾ ਸੀ, ਇਸ ਲਈ ਉਹ ਬੋਲ ਨਾ ਸਕਿਆ। ਇਹ ਆਖ ਨਾ ਸਕਿਆ ਕਿ ਉਸ ਨੂੰ ਕੀ ਹੱਕ ਸੀ ਕਿ ਬਾਪ ਦੀ ਗੋਦ ਵਿੱਚੋਂ ਪੁੱਤਰ ਨੂੰ ਬਾਹੋਂ ਫੜ ਕੇ ਉਠਾਉਣ ਦਾ। ਇਸ ਲਈ ਉਹ ਚੁੱਪ ਕਰਕੇ ਬੈਠ ਗਿਆ। ਛੋਟੀ ਰਾਣੀ, ਜਿਸ ਦਾ ਨਾਂ ਸੁਰੀਚੀ ਸੀ, ਉਸ ਦੇ ਮੱਥੇ ਦੀ ਤਿਉੜੀ ਨੇ ਉਸ ਨੂੰ ਠੰਡਿਆ ਕਰ ਦਿੱਤਾ ਤੇ ਉਹ ਵੇਖਦਾ ਰਹਿ ਗਿਆ। ਦੂਸਰੇ ਪਾਸੇ ਬਾਲਕ ਧਰੂ ਬਾਪ ਦੀ ਗੋਦੀ ਵਿੱਚੋਂ ਡਡੋਲਿਕਾ ਹੋ ਕੇ ਦੁੱਖ ਮਹਿਸੂਸ ਕਰਦਾ ਤੇ ਗਲੇਡੂ ਭਰਦਾ ਹੋਇਆ ਆਪਣੀ ਮਾਤਾ ਵੱਲ ਤੁਰ ਪਿਆ। ਉਸ ਦੇ ਪੈਰ ਮੁਸ਼ਕਲ ਨਾਲ ਹਿਲਦੇ ਸਨ। ਉਹ ਬਾਲਕ ਸਿਆਣਾ ਸੀ। ਮਨ ਵਿੱਚ ਸੋਚਣ ਲੱਗ ਪਿਆ ਸੀ ਕਿ ਉਸ ਨੂੰ ਬਾਪ ਦੀ ਗੋਦ ਵਿੱਚੋਂ ਕਿਉਂ ਉਠਾਇਆ ਗਿਆ। ਉਹ ਆਖਰ ਰਾਜੇ ਦਾ ਪੁੱਤਰ ਸੀ। ਜਿਉਂ-ਜਿਉਂ ਉਹ ਆਪਣੀ ਮਾਂ ਕੋਲ ਗਿਆ, ਤਿਉਂ-ਤਿਉਂ ਉਸ ਦਾ ਰੋਣ ਵੱਧਦਾ ਗਿਆ। ਮਾਂ ਦੇ ਕੋਲ ਜਾ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ, ਜਿਵੇਂ ਕਿ ਉਸ ਨੂੰ ਕਿਸੇ ਨੇ ਮਾਰਿਆ ਸੀ। ਪਿਆਰੇ ਪੁੱਤਰ ਨੂੰ ਰੋਂਦਾ ਦੇਖ ਕੇ ਸੁਨੀਤਾ ਦੇ ਕਲੇਜੇ ਦਾ ਰੁੱਗ ਭਰਿਆ ਗਿਆ। ਉਸਨੇ ਚੁੱਕ ਲਿਆ
ਤੇ ਗੋਦ ਵਿੱਚ ਬਿਠਾਉਣ ਦਾ ਯਤਨ ਕੀਤਾ। ਪੁੱਤਰ, ਮਾਂ ਸਦਕੇ ਤੈਨੂੰ ਕੀ ਹੋਇਆ? ਕੀ ਕਿਸੇ ਨੇ ਤੈਨੂੰ ਮਾਰਿਆ ਹੈ? ਇੰਨਾ ਕਿਉਂ ਰੋਂਦਾ ਹੈ? ਰੋਣ ਦਾ ਕਾਰਨ ਦੱਸ। ਭਗਤ ਧਰੂ ਨੇ ਕਿਹਾ, ਮਾਂ, ਮੈਂ ਪਿਤਾ ਜੀ ਦੀ ਗੋਦ ਵਿੱਚ ਬੈਠਾ ਸਾਂ। ਛੋਟੀ ਮਾਂ ਨੇ ਉਠਾ ਦਿੱਤਾ। ਆਖਿਆ, ਤੂੰ ਨਹੀਂ ਬੈਠ ਸਕਦਾ। ਰੋਂਦੇ ਹੋਏ ਧਰੂ ਨੇ ਇਉਂ ਆਪਣੇ ਰੋਣ ਦਾ ਕਾਰਨ ਆਪਣੀ ਮਾਤਾ ਨੂੰ ਦੱਸ ਦਿੱਤਾ। ਉਸ ਦੀ ਮਾਤਾ ਨੇ ਕਿਹਾ, ਠੀਕ ਹੈ ਪੁੱਤਰ, ਮੇਰੇ ਲਾਲ, ਤੈਨੂੰ ਆਪਣੇ ਬਾਪ ਦੀ ਗੋਦ ਵਿੱਚ ਨਹੀਂ ਬਹਿਣਾ ਚਾਹੀਦਾ। ਕੋਈ ਹੱਕ ਨਹੀਂ ਮੇਰੇ ਲਾਲ। ਰਾਣੀ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ, ਉਹਦਾ ਮੂੰਹ ਚੁੰਮਿਆ ਤੇ ਨਾਲ ਹੀ ਰਾਣੀ ਦਾ ਦਿਲ ਰੋਂਦਾ ਗਿਆ। ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਮਾਸੂਮ ਬਾਲ ਧਰੂ ਨੇ ਪੁੱਛਿਆ, ਮਾਂ, ਸੱਚ ਦੱਸ, ਤੂੰ ਰਾਣੀ ਹੈ ਜਾਂ ਦਾਸੀ? ਮੈਨੂੰ ਕੋਈ ਪਤਾ ਤਾਂ ਲੱਗੇ। ਭਗਤ ਧਰੂ ਦੀ ਮਾਤਾ ਦੇ ਮਨ ਵਿੱਚ ਕੁਦਰਤੀ ਗਿਆਨ ਆ ਗਿਆ। ਉਸਨੇ ਕਿਹਾ, ਪੁੱਤਰ, ਹਾਂ ਤਾਂ ਮੈਂ ਰਾਣੀ, ਪਰ ਇਹ ਕਹਿ ਕੇ ਉਹ ਚੁੱਪ ਕਰ ਗਈ। ਭਗਤ ਧਰੂ ਜੀ ਨੇ ਪੁੱਛਿਆ, ਫਿਰ ਪਿਤਾ ਜੀ ਦੀ ਗੋਦ ਵਿੱਚ ਮੈਂ ਬੈਠ ਕਿਉਂ ਨਹੀਂ ਸਕਦਾ? ਉਸ ਦੀ ਮਾਤਾ ਨੇ ਕਿਹਾ, ਕਿਉਂਕਿ ਭਗਤੀ ਨਹੀਂ ਕੀਤੀ। ਨਾ ਭਗਤੀ ਕਰਨ ਦੇ ਕਾਰਨ ਇਹ ਹਾਲਤ ਹੋ ਰਹੀ ਹੈ। ਰਾਜ ਸੁੱਖ ਭਗਤੀ ਵਾਲਿਆਂ ਨੂੰ ਹੀ ਮਿਲਦਾ ਹੈ। ਭਗਤ ਧਰੂ ਜੀ ਨੇ ਕਿਹਾ, ਮਾਂ, ਦੱਸ ਫਿਰ ਮੈਂ ਕੀ ਕਰਾਂ ਜਿਸ ਕਾਰਨ ਮੈਨੂੰ ਰਾਜ ਸੁੱਖ ਮਿਲੇ। ਮੈਨੂੰ ਕੋਈ ਰਾਜ ਸਿੰਘਾਸਨ ਤੋਂ ਨਾ ਉਠਾਏ ਤੇ ਝਿੜਕੇ ਕੋਈ ਨਾ। 7 ਸਾਲ ਦੇ ਬੱਚੇ ਦੇ ਮਨ ਨੇ ਪੁੱਛ ਕੀਤੀ। ਮਾਂ, ਮਮਤਾ ਮਾਰੀ ਮਾਂ ਨੇ ਆਖਿਆ, ਪੁੱਤਰ, ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਉਸ ਭਗਤੀ ਤਪੱਸਿਆ ਕਾਰਨ ਹੀ ਰਾਜ ਸੁੱਖ ਪ੍ਰਾਪਤ ਹੁੰਦਾ ਹੈ। ਭਗਤ ਧਰੂ ਨੇ ਕਿਹਾ, ਚੰਗਾ ਮਾਂ, ਮੈਂ ਭਗਤੀ ਕਰਨ ਜਾਂਦਾ ਹਾਂ। ਮਾਤਾ ਨੇ ਕਿਹਾ, ਪੁੱਤਰ, ਅਜੇ ਭਗਤੀ ਕਰਨ ਦਾ ਸਮਾਂ ਨਹੀਂ। ਅਜੇ ਤੂੰ ਬਾਲਕ ਹੈ। ਤੇਰੇ ਜਾਣ ਤੋਂ ਪਿੱਛੋਂ ਮੈਂ ਕੀ ਕਰਾਂਗੀ? ਮੇਰੀ ਹੋਂਦ ਪੁੱਤਰਾ ਤੇਰੇ ਨਾਲ ਹੈ। ਮੈਨੂੰ ਅੱਗੇ ਹੀ ਕੋਈ ਨਹੀਂ ਪੁੱਛਦਾ। ਜਦੋਂ ਤੂੰ ਚਲਾ ਗਿਆ ਤਾਂ ਫਿਰ ਕੀ ਬਣੇਗਾ? ਇਸ ਤਰ੍ਹਾਂ ਰਾਣੀ ਆਪਣੇ ਪੁੱਤਰ ਨਾਲ ਪਿਆਰ ਕਰਦੀ ਹੋਈ ਬੋਲੀ ਗਈ। ਉਸ ਦੇ ਮਨ ਨੂੰ ਘੇਰ ਪੈਣ ਲੱਗ ਪਏ। ਮਾਂ ਭਲਾ ਕਿਵੇਂ ਪੁੱਤਰ ਨੂੰ ਅੱਖਾਂ ਤੋਂ ਓਹਲੇ ਕਰ ਸਕਦੀ ਹੈ? ਰਾਤ ਆਈ, ਧਰੂ ਨੂੰ ਨੀਂਦ ਨਾ ਆਈ। ਉਸ ਦੀਆਂ ਅੱਖਾਂ ਅੱਗੇ ਮਤਰੇਈ ਦੀ ਗੁੱਸੇ ਭਰੀ ਸ਼ਕਲ ਸੀ। ਬਾਹੋਂ ਫੜ ਕੇ ਖਿੱਚਣ ਦੀ ਝਾਂਕੀ ਰਾਜ ਤੇ ਤਪੱਸਿਆ ਦਾ ਖਿਆਲ ਸੀ। ਉਹ ਬੇਚੈਨ ਜਿਹਾ ਹੋਇਆ, ਉੱਠ ਕੇ ਬੈਠ ਗਿਆ। ਉਸਨੇ ਦੇਖਿਆ ਉਹਦੀ ਮਾਂ ਸੌਂ ਗਈ ਸੀ। ਸੁੱਤੀ ਮਾਂ ਨੂੰ ਵੇਖ ਕੇ ਘਰ ਤਿਆਗ ਕਰਨ ਦਾ ਖਿਆਲ ਪੱਕਾ ਹੋ ਗਿਆ। ਅੱਧੀ ਰਾਤ ਅੱਗੇ ਤੇ ਅੱਧੀ ਰਾਤ ਪਿੱਛੇ ਸੀ। ਧਰੂ ਰਾਜ ਮਹਿਲ ਵਿੱਚੋਂ ਮਲਕੜੇ ਜਿਹੇ ਖਿਸਕਿਆ ਤੇ ਬਾਹਰ ਆ ਗਿਆ। ਐਸਾ ਭਾਣਾ ਵਰਤਿਆ ਕਿਸੇ ਨੇ ਨਾ ਦੇਖਿਆ। ਰਾਜ ਭਵਨ ਦੇ ਪਹਿਰੇਦਾਰ ਵੀ ਅੱਖਾਂ ਮੀਟ ਗਏ। ਨੰਗੇ ਪੈਰ ਬਾਲਕ ਜੰਗਲ ਵਿੱਚ ਪੁੱਜਾ। ਰਾਤ ਸੀ। ਹਨੇਰਾ ਤੇ ਭਿਆਨਕ ਜੰਗਲ ਨਿਰਭੈਤਾ ਨਾਲ ਅੱਗੇ ਤੁਰਿਆ ਗਿਆ। ਉਸਨੇ ਕੋਈ ਪਰਵਾਹ ਨਾ ਕੀਤੀ। ਉਸ ਦੀਆਂ ਅੱਖਾਂ ਮਸਾਲਾਂ ਵਾਂਗ ਬਲਦੀਆਂ ਸਨ। ਸ਼ੇਰ ਤੇ ਬਘੇਲੇ ਕੂਕਦੇ ਸਨ। ਰੌਲਾ ਪੈਂਦਾ ਸੀ, ਪਰ ਉਹ ਨਾ ਡਰਿਆ। ਮਾਸੂਮ ਹਿਰਦੇ ਨਾਲ ਪੁਕਾਰਨ ਲੱਗਾ, ਭਗਵਾਨ, ਮੈਂ ਆ ਗਿਆ ਹਾਂ। ਮੈਂ ਤੁਸਾਂ ਦਾ ਨਾਂ ਨਹੀਂ ਜਾਣਦਾ। ਮੈਂ ਨਹੀਂ ਜਾਣਦਾ ਕੀ ਆਖਾਂ, ਪਰ ਆ ਰਿਹਾ ਹਾਂ। ਇਸ ਤਰ੍ਹਾਂ ਧਰੂ ਥੱਕ ਗਿਆ ਤੇ ਧਰਤੀ ਤੇ ਬੈਠ ਗਿਆ। ਉਸਨੂੰ ਨੀਂਦ ਨਾ ਆਈ। ਅੱਖ ਖੁੱਲ੍ਹੀ ਤਾਂ ਪ੍ਰਭਾਤ ਹੋ ਚੁੱਕੀ ਸੀ। ਸੂਰਜ ਦੀਆਂ ਸੁਨਹਿਰੀ ਕਿਰਨਾਂ ਨਾਲ ਸਾਰਾ ਜੰਗਲ ਜਗਮਗਾ ਉੱਠਿਆ ਸੀ। ਰੰਗਾ ਰੰਗ ਦੇ ਬਨਫੁੱਲ ਖਿੜੇ ਸਨ। ਦਰਖਤਾਂ ਤੇ ਪੰਛੀ ਇਲਾਹੀ ਰਾਗ ਗਾ ਰਹੇ ਸਨ ਤੇ ਬਹੁਤ ਹੀ ਸ਼ਾਂਤੀ ਸੀ। ਉੱਠ ਕੇ ਧਰੂ ਅੱਗੇ ਨੂੰ ਤੁਰਿਆ। ਅੱਗੇ ਕੌਲ ਫੁੱਲਾਂ ਵਾਲੀ ਝੀਲ ਸੀ, ਜਿਸ ਦਾ ਨਿਰਮਲ ਜਲ ਨੀਲੇ ਰੰਗ ਦੀ ਭਾ ਮਾਰਦਾ ਸੀ। ਉਸ ਦੇ ਕਿਨਾਰੇ ਜਾ ਖਲੋਤਾ। ਉਸਨੇ ਦੇਖਿਆ ਪੰਛੀਆਂ ਤੋਂ ਬਿਨਾਂ 4 ਪਾਏ ਜਾਨਵਰ ਆਉਂਦੇ ਤੇ ਪਾਣੀ ਪੀ ਪੀ ਕੇ ਤੁਰੇ ਜਾ ਰਹੇ ਹਨ। ਉਹ ਵੀ ਕਿਨਾਰੇ ਤੇ ਬੈਠ ਗਿਆ। ਉਸਨੇ ਜਲ ਪੀਤਾ। ਉੱਠਿਆ। ਉੱਠ ਕੇ ਧਿਆਨ ਨਾਲ ਵੇਖਣ ਲੱਗਾ, ਭਗਵਾਨ ਕਿੱਥੇ ਹੋਏਗਾ? ਉੱਠ ਕੇ ਉੱਚੀ ਆਵਾਜ਼ ਮਾਰੀ, ਭਗਵਾਨ, ਮੈਂ ਆਇਆ ਹਾਂ। ਉਹ ਆਵਾਜ਼ਾਂ ਮਾਰਦਾ ਹੀ ਸੀ ਕਿ ਨਾਰਦ ਮੁਨੀ ਜੀ ਆ ਗਏ। ਨਾਰਦ ਮੁਨੀ ਜੀ ਨੂੰ ਵੇਖ ਕੇ ਆਖਿਆ, ਕੀ ਤੁਸੀਂ ਭਗਵਾਨ ਹੋ? ਨਾਰਦ ਮੁਨੀ ਜੀ ਨੇ ਆਖਿਆ, ਨਹੀਂ ਬਾਲਕ, ਮੈਂ ਭਗਵਾਨ ਨਹੀਂ। ਭਗਵਾਨ ਦੂਰ ਰਹਿੰਦਾ ਹੈ।
ਉੱਥੇ ਤੂੰ ਨਹੀਂ ਜਾ ਸਕਦਾ। ਭਗਤ ਧਰੂ ਜੀ ਨੇ ਕਿਹਾ, ਮੈਂ ਕਿਉਂ ਨਹੀਂ ਜਾ ਸਕਦਾ? ਨਾਰਦ ਮੁਨੀ ਜੀ ਨੇ ਕਿਹਾ, ਤੇਰੀ ਉਮਰ ਛੋਟੀ ਹੈ, ਤੂੰ ਰਾਜੇ ਉਤਾਨਪਾਦ ਦਾ ਪੁੱਤਰ ਹੈ, ਮੈਂ ਜਾਣਦਾ ਹਾਂ। ਤਪੋਵਨ ਦੂਰ ਹੈ, ਰਾਹ ਵਿੱਚ ਭਿਆਨਕ ਜੰਗਲ ਹੈ, ਤੈਨੂੰ ਬਲਾਵਾਂ ਖਾ ਜਾਣਗੀਆਂ। ਭੁੱਖ, ਤ੍ਰੇਹ, ਬਿਜਲੀ, ਬਾਰਿਸ਼, ਪਾਲਾ, ਗਰਮੀ, ਤੇਰਾ ਸਰੀਰ ਨਹੀਂ ਚੱਲ ਸਕਦਾ। ਆ ਮੇਰੇ ਨਾਲ, ਮੈਂ ਤੈਨੂੰ ਤੇਰੇ ਬਾਪ ਕੋਲ ਲੈ ਚੱਲਦਾ ਹਾਂ, ਉਹ ਤੈਨੂੰ ਅੱਧਾ ਰਾਜ ਦੇ ਦੇਵੇਗਾ। ਧਰੂ ਹੱਸ ਪਿਆ, ਅੱਧਾ ਰਾਜ? ਅਜੇ ਮੈਂ ਭਗਵਾਨ ਦੇ ਦਰਸ਼ਨ ਕਰਨ ਚੱਲਿਆ ਹਾਂ, ਤਾਂ ਅੱਧਾ ਰਾਜ? ਜੇ ਦਰਸ਼ਨ ਕਰ ਲਵਾਂਗਾ ਤਾਂ ਜ਼ਰੂਰ ਸਾਰਾ ਰਾਜ ਮਿਲੇਗਾ। ਉਸਨੇ ਮਨ ਹੀ ਮਨ ਸੋਚਿਆ ਤੇ ਮੁੜ ਦਲੇਰੀ ਨਾਲ ਬੋਲਿਆ, ਦੇਖੋ ਜੀ, ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ, ਕਿੱਥੋਂ ਆਏ ਹੋ। ਜੇ ਮੈਨੂੰ ਭਗਵਾਨ ਦੀ ਭਗਤੀ ਵੱਲੋਂ ਰੋਕਦੇ ਹੋ ਤਾਂ ਮੇਰੇ ਦੁਸ਼ਮਣ ਹੋ। ਬਸ ਚੰਗਾ ਇਹ ਹੈ, ਇੱਥੋਂ ਚਲੇ ਜਾਓ, ਆਪਣੇ ਰਾਹ ਪਾਓ। ਕੋਈ ਬਲਾ ਮੈਨੂੰ ਖਾ ਜਾਏ, ਤੁਹਾਨੂੰ ਕੀ ਹੈ? ਮਾਸੂਮ ਬਾਲਕ ਧਰੂ ਦੀ ਜ਼ੁਬਾਨੋਂ ਐਸਾ ਬਚਨ ਸੁਣ ਕੇ, ਉਸ ਦਾ ਦ੍ਰਿੜ ਵਿਸ਼ਵਾਸ ਦੇਖ ਕੇ ਨਾਰਦ ਮੁਨੀ ਜੀ ਹੈਰਾਨ ਹੋ ਗਏ। ਉਹਨਾਂ ਨੇ ਬਾਲਕ ਵੱਲ ਤੱਕਿਆ ਤੇ ਅੰਤ ਉਪਦੇਸ਼ ਦਿੱਤਾ, ਠੀਕ ਹੈ, ਬਾਲਕ ਰੂਪ ਵਿੱਚ ਕੋਈ ਮਹਾਨ ਆਤਮਾ ਹੈ। ਤੇਰਾ ਵਿਚਾਰ ਠੀਕ ਹੈ, ਭਗਵਾਨ ਦੀ ਭਗਤੀ ਕਰਨੀ ਸਭ ਤੋਂ ਚੰਗਾ ਕਰਮ ਹੈ। ਇਹ ਮੰਤਰ ਚੇਤੇ ਕਰ ਲੈ, ਓਮ ਨਮੋ ਭਗਵਤੇ ਵਾਸਦੇਵਾਏ, ਅਤੇ ਅੱਖਾਂ ਮੀਟ ਕੇ ਕੇਸ਼ਵ ਕਲੇਸ਼ ਹਰੀ, ਹਰੀ ਦਾ ਧਿਆਨ ਧਰੀ ਰੱਖਣਾ। ਕੋਈ ਵਿਘਨ ਨਹੀਂ ਪਵੇਗਾ, ਤੇਰੇ ਕਾਰਜ ਰਾਸ ਹੋਣਗੇ। ਇਉਂ ਉਪਦੇਸ਼ ਕਰਕੇ ਬ੍ਰਹਮ ਸ਼ਕਤੀ ਆਸਰੇ ਨਾਰਦ ਮੁਨੀ ਜੀ ਅਲੋਪ ਹੋ ਗਏ। ਉਹਨਾਂ ਦਾ ਅਲੋਪ ਹੋਣਾ ਧਰੂ ਵਾਸਤੇ ਅਚੰਭੇ ਦੀ ਗੱਲ ਸੀ। ਕਿਤੇ ਇਹੋ ਹੀ ਤਾਂ ਭਗਵਾਨ ਨਹੀਂ ਸੀ? ਬਾਲਕ ਦੇ ਮਨ ਵਿੱਚ ਸ਼ੰਕਾ ਫੁਰਿਆ। ਉਹ ਅੱਗੇ ਜਾ ਕੇ ਇੱਕ ਪੱਥਰ ਦੀ ਸਿਲ ਉੱਪਰ ਬੈਠ ਗਿਆ ਤੇ ਭਗਤੀ ਕਰਨ ਲੱਗਾ। ਦੂਸਰੇ ਪਾਸੇ ਮਾਂ ਸੁਨੀਤਾ ਜਾਗੀ। ਉਸਨੇ ਆਪਣੇ ਕਮਲ ਨੈਣਾਂ ਨਾਲ ਆਪਣੇ ਪੁੱਤਰ ਵੱਲ ਤੱਕਿਆ ਤਾਂ ਉਹਦਾ ਬਿਸਤਰਾ ਖਾਲੀ ਸੀ। ਕਾਹਲੀ ਨਾਲ ਉੱਠੀ, ਦਿਲ ਧੜਕਣ ਲੱਗ ਪਿਆ। ਆਵਾਜ਼ਾਂ ਦਿੱਤੀਆਂ, ਧਰੂ, ਧਰੂ, ਮੇਰਾ ਲਾਲ ਕਿੱਥੇ ਹੈ? ਮਹਿਲ ਗੂੰਜਿਆ, ਦਾਸੀਆਂ ਆਈਆਂ, ਪਰ ਕਿਸੇ ਨੇ ਇਹ ਨਾ ਦੱਸਿਆ ਧਰੂ ਕਿੱਥੇ ਹੈ। ਸਾਰਾ ਮਹਿਲ ਛਾਣਿਆ, ਮਹਿਲ ਦੇ ਨਾਲ ਬਾਗ ਦੇਖੇ, ਦਾਸ ਦਾਸੀਆਂ ਨੂੰ ਪੁੱਛਿਆ, ਪਰ ਕੁਝ ਪਤਾ ਨਾ ਲੱਗਾ। ਸੁਨੀਤਾ ਵਿਆਕੁਲ ਹੋ ਉੱਠੀ। ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਉਹਦੇ ਸਿਰ ਦੇ ਵਾਲ ਗਲ ਵਿੱਚ ਆਪਣੇ ਆਪ ਹੀ ਖਿਲਰ ਗਏ। ਰਾਜੇ ਉਤਾਨਪਾਦ ਨੂੰ ਖਬਰ ਹੋਈ। ਉਹ ਸੁਨੀਤੀ ਦੇ ਮਹਿਲ ਵੱਲ ਜਾਣ ਲੱਗਾ ਤਾਂ ਛੋਟੀ ਰਾਣੀ ਨੇ ਰੋਕ ਲਿਆ। ਨਾ ਜਾਓ, ਆਪੇ ਲੱਭ ਪਏਗਾ। ਉਸਨੇ ਚਲਾਕੀ ਕੀਤੀ ਹੋਏਗੀ, ਆਪੇ ਹੀ ਲੁਕਾ ਕੇ ਤੁਸਾਂ ਨੂੰ ਹੈਰਾਨ ਕਰਨਾ ਚਾਹੁੰਦੀ ਹੈ। ਰਾਜਾ ਖਲੋ ਗਿਆ, ਮਨ ਹੀ ਮਨ ਵਿੱਚ ਸੋਚ ਰਿਹਾ ਸੀ। ਇੱਕ ਤਾਰਾ ਹੱਥ ਵਿੱਚ ਫੜੀ ਨਾਰਦ ਮੁਨੀ ਜੀ ਖੜਾਵਾਂ ਦਾ ਖੜਕਾ ਕਰਦੇ ਹੋਏ ਆ ਗਏ। ਰਾਜੇ ਦੇ ਕੋਲ ਆ ਕੇ ਹਰੀ ਨਾਰਾਇਣ ਉਚਾਰਿਆ। ਹੇ ਰਾਜਨ, ਅੱਜ ਕੀ ਮਾਮਲਾ ਹੈ? ਤੁਸੀਂ ਹੈਰਾਨ ਹੋ ਕਿ ਛੋਟੀ ਰਾਣੀ ਨੇ ਘੂਰਿਆ ਹੈ? ਨਾਰਦ ਮੁਨੀ ਜੀ ਦੀ ਜ਼ੁਬਾਨੋਂ ਇਹ ਸੁਣ ਕੇ ਰਾਜਾ ਕੁਝ ਸ਼ਰਮਿੰਦਾ ਹੋਇਆ। ਨਾਰਦ ਮੁਨੀ ਤ੍ਰੈਕਾਲਦਰਸ਼ੀ, ਉਸ ਨੂੰ ਨਮਸਕਾਰ ਕਰਕੇ ਰਾਜੇ ਨੇ ਕਿਹਾ, ਹੇ ਮੁਨੀ ਜਨ, ਮੇਰੀ ਵੱਡੀ ਰਾਣੀ ਸੁਨੀਤੀ ਦਾ ਪੁੱਤਰ ਧਰੂ ਸੁਣਿਆ ਹੈ ਰਾਜ ਭਵਨ ਵਿੱਚੋਂ ਗੁੰਮ ਹੋ ਗਿਆ। ਉਸ ਦੀ ਚਿੰਤਾ ਹੈ। ਕੱਲ ਉਸ ਨੂੰ ਛੋਟੀ ਰਾਣੀ ਨੇ ਮੇਰੀ ਗੋਦ ਵਿੱਚੋਂ ਉਠਾ ਦਿੱਤਾ ਸੀ। ਇਸ ਗੁੱਸੇ ਕਰਕੇ ਪਤਾ ਨਹੀਂ ਬੱਚਾ ਕਿੱਧਰ ਗਿਆ। ਹਰੀ ਨਾਰਾਇਣ। ਇਹ ਆ ਕੇ ਨਾਰਦ ਬੋਲਿਆ, ਹੇ ਰਾਜਨ, ਤੁਸਾਂ ਦਾ ਪੁੱਤਰ ਗਵਾਚਿਆ ਨਹੀਂ। ਉਹ ਤਪੋਵਨ ਵਿੱਚ ਪੁੱਜ ਕੇ ਭਗਤੀ ਕਰਨ ਬੈਠ ਗਿਆ ਹੈ। ਉਸ ਮਾਸੂਮ ਦਾ ਦਿਲ ਦੁਖਾਇਆ ਹੈ। ਹੇ ਰਾਜਨ, ਤੁਸਾਂ ਨੇ ਭੁਲੇਖਾ ਖਾਧਾ ਹੈ। ਰਾਜ ਦੇ ਕਾਰਨ ਮਾਇਆ ਦੇ ਚਮਤਕਾਰ ਨਾਲ ਮੋਹੇ ਗਏ ਹੋ। ਤੁਸਾਂ ਦਾ ਪੁੱਤਰ ਪਿਆਰ ਹੋ ਸਕਦਾ ਹੈ, ਪਰ ਨਾਰੀ ਪਿਆਰ ਪਰਬਲ ਹੈ। ਰੂਪ ਵਾਸ਼ਨਾ ਦੇ ਤੁਸੀਂ ਗੁਲਾਮ ਹੋ ਗਏ ਹੋ। ਤੁਸਾਂ ਨੇ ਪੁੱਤਰ ਨੂੰ ਪਿਆਰ ਨਹੀਂ ਦਿੱਤਾ, ਰਾਣੀ ਸੁਨੀਤੀ ਨੂੰ ਦੁਰਕਾਰ ਦਿੱਤੀ। ਐਸਾ ਕਰਮ ਤੇ ਵਿਤਕਰਾ ਕਰਨ ਵਾਲਾ ਪੁਰਸ਼ ਸਦਾ ਹੀ ਦੁਖੀ ਰਹਿੰਦਾ ਹੈ। ਉਹ ਕੇਸ਼ਵ ਕਲੇਸ਼ ਦੀ ਭਗਤੀ ਕਰਕੇ ਰਾਜ ਪ੍ਰਾਪਤ ਕਰੇਗਾ। ਕੁਝ ਗੱਲਾਂ ਸੁਣ ਕੇ ਰਾਜਾ ਸ਼ਰਮਿੰਦਾ ਹੋਇਆ ਤੇ ਧਰੂ ਦਾ ਤਪੋਵਨ ਨੂੰ ਜਾਣਾ ਸੁਣ ਕੇ ਉਸ ਨੂੰ ਹੈਰਾਨੀ ਹੋਈ। ਉਸਨੇ ਨਾਰਦ ਮੁਨੀ ਵੱਲ ਤੱਕ ਕੇ ਪੁੱਛਿਆ, ਸੱਚੀ ਹੀ ਮੇਰਾ ਪੁੱਤਰ ਤਪੋਵਨ ਨੂੰ ਚਲਿਆ ਗਿਆ? ਉਹ ਘੋਰ ਤਪ ਕਰੇਗਾ? ਮਾਸੂਮ ਬਾਲਕ
ਭੁੱਖ ਗਰਮੀ ਤੇ ਠੰਡ ਕਿਵੇਂ ਸਹੇਗਾ। ਓਹੋ ਉਫ, ਇਹ ਆਖ ਕੇ ਰਾਜੇ ਨੇ ਹੌਂਕਾ ਭਰਿਆ। ਉਸ ਨੂੰ ਹੈਰਾਨੀ ਹੋਈ। ਹੇ ਮੁਨੀ ਜੀ, ਇਹ ਖਬਰ ਤੁਸੀਂ ਬੜੀ ਮਾੜੀ ਸੁਣਾਈ। ਜਾਓ ਮੇਰੇ ਪੁੱਤਰ ਨੂੰ ਵਾਪਸ ਲਿਆਓ। ਮੈਂ ਉਸ ਨੂੰ ਅੱਧਾ ਰਾਜ ਦਿੰਦਾ ਹਾਂ, ਉਹ ਆਪਣੇ ਰਾਜ ਵਿੱਚ ਸੁੱਖ ਲਵੇ, ਧਰਮ ਕਰੇ, ਜੀਵਨ ਸੁੱਖ ਮਾਣੇ, ਪਰ ਇਹ ਨਹੀਂ ਦੇਖ ਸਕਦਾ ਕਿ ਮੇਰਾ ਪੁੱਤਰ ਭੁੱਖ ਨਾਲ ਮਰੇ। ਨਾਰਦ ਮੁਨੀ ਜੀ ਨੇ ਆਖਿਆ, ਹੇ ਰਾਜਨ, ਮੋੜ ਵੇਖਣਾ ਪਰ ਮੁੜੇਗਾ ਨਹੀਂ, ਉਹ ਜ਼ਰੂਰ ਤਪੱਸਿਆ ਕਰੇਗਾ। ਇਹ ਆਖ ਕੇ ਨਾਰਦ ਮੁਨੀ ਜੀ ਹਰੀ ਨਾਰਾਇਣ ਬੋਲਦੇ ਹੋਏ ਰਾਣੀ ਸੁਨੀਤੀ ਕੋਲ ਗਏ। ਉਸ ਨੂੰ ਧੀਰਜ ਦਿੱਤੀ। ਆਖਿਆ, ਹੇ ਰਾਣੀ, ਤੇਰੀ ਕੁੱਖ ਸਫਲ ਹੋਈ, ਚਿੰਤਾ ਨਾ ਕਰ, ਖੁਸ਼ ਹੋ, ਤੇਰਾ ਪੁੱਤਰ ਭਗਤ ਬਣੇਗਾ। ਰਾਜਾ ਉਤਾਨਪਾਦ ਜੰਗਲ ਵਿੱਚ ਧਰੂ ਦੇ ਕੋਲ ਉਸ ਨੂੰ ਮਨਾਉਣ ਵਾਸਤੇ ਗਿਆ। ਲਾਲਚ ਦਿੱਤੇ, ਤਰਲੇ ਕੱਢੇ, ਪਰ ਰਾਜਾ ਧਰੂ ਨੂੰ ਲਿਆਉਣ ਵਿੱਚ ਸਫਲ ਨਾ ਹੋਇਆ। ਇਸ ਲਈ ਨਿਰਾਸ਼ ਹੋ ਕੇ ਮੁੜ ਆਇਆ। ਰਾਜੇ ਦੇ ਜਾਣ ਨਾਲ ਧਰੂ ਨੂੰ ਹੋਰ ਭਰੋਸਾ ਹੋ ਗਿਆ ਕਿ ਭਗਤੀ ਕਰਨੀ ਠੀਕ ਹੈ। ਜੇ ਤਪੱਸਿਆ ਤੋਂ ਪਹਿਲਾਂ ਅੱਧਾ ਰਾਜ ਮਿਲਦਾ ਹੈ ਤਾਂ ਭਗਤੀ ਕੀਤਿਆਂ ਜ਼ਰੂਰ ਪੂਰਾ ਰਾਜ ਮਿਲ ਜਾਏਗਾ। ਉਹ ਨਿਰਹਾਰ ਰਹਿ ਕੇ ਘੋਰ ਤਪੱਸਿਆ ਕਰਨ ਲੱਗਾ। ਇੰਦਰ ਨੇ ਧਰੂ ਦੀ ਤਪੱਸਿਆ ਨੂੰ ਭੰਗ ਕਰਨ ਲਈ ਅਨੇਕਾਂ ਯਤਨ ਕੀਤੇ, ਮਾਇਆ ਦੇ ਚਮਤਕਾਰ ਦਿਖਾਏ, ਪਰ ਧਰੂ ਨਾ ਡੋਲਿਆ। ਉਸਨੇ ਨੇਤਰ ਨਾ ਪੁੱਟੇ। ਅੰਤ ਵਿੱਚ ਮਾਇਆ ਮੈਂ ਦੈਂਤ ਨੂੰ ਭੇਜਿਆ। ਉਹ ਦੈਂਤ ਭਿਆਨਕ ਸੀ। ਉਸਨੇ ਤਪੋਵਨ ਵਿੱਚ ਭਿਆਨਕਤਾ ਪੈਦਾ ਕਰ ਦਿੱਤੀ। ਉਸਨੇ ਹਨੇਰੀਆਂ ਲਿਆਂਦੀਆਂ, ਬਾਰਿਸ਼ਾਂ ਲਿਆਂਦੀਆਂ, ਗੜੇ ਪਾਏ, ਦਰਖਤ ਡੇਗੇ, ਧਰਤੀ ਹਿਲਾਈ, ਪਰ ਧਰੂ ਅਡੋਲ ਬੈਠਾ ਰਿਹਾ। ਧਰੂ ਨੇ ਇੰਨੀ ਤਪੱਸਿਆ ਕੀਤੀ ਕਿ ਉਸ ਦੀ ਤਪੱਸਿਆ ਦੇਖ ਕੇ ਇੰਦਰ ਡਰ ਗਿਆ। ਇੰਦਰ ਆਪਣੇ ਰਾਜ ਦਰਬਾਰ ਵਿੱਚੋਂ ਉੱਠ ਕੇ ਵਿਸ਼ਨੂੰ ਭਗਵਾਨ ਕੋਲ ਪੁੱਜਿਆ। ਉਸ ਨੂੰ ਆਖਣ ਲੱਗਾ, ਧਰੂ ਤਪੱਸਿਆ ਕਰ ਰਿਹਾ ਹੈ। ਕਿਤੇ ਇੰਦਰ ਦੀ ਗੱਲ ਭਾਵੇਂ ਪੂਰੀ ਨਾ ਹੋਈ, ਪਰ ਵਿਸ਼ਨੂੰ ਭਗਵਾਨ ਸਾਰੀ ਗੱਲ ਜਾਣ ਗਏ। ਉਹਨਾਂ ਨੇ ਆਖਿਆ, ਹੇ ਇੰਦਰ, ਧਰੂ ਜਿਸ ਇੱਛਾ ਨੂੰ ਧਾਰਨ ਕਰਕੇ ਤਪ ਕਰ ਰਿਹਾ ਹੈ ਉਹ ਪੂਰੀ ਹੋਏਗੀ। ਉਸ ਦੀ ਇੱਛਾ ਤੁਸਾਂ ਦਾ ਰਾਜ ਲੈਣ ਦੀ ਨਹੀਂ, ਉਹ ਆਪਣੇ ਬਾਪ ਦੇ ਰਾਜ ਦਾ ਧਿਆਨ ਕਰ ਰਹੇ ਹਨ। ਉਹਨਾਂ ਨੂੰ ਉਹ ਮਿਲੇਗਾ, ਉੱਚੀ ਪਦਵੀ ਹੋਵੇਗੀ। ਇੰਦਰ ਖੁਸ਼ ਹੋ ਕੇ ਆਪਣੇ ਰਾਜ ਭਵਨ ਵਿੱਚ ਚਲਾ ਗਿਆ ਤੇ ਵਿਸ਼ਨੂੰ ਭਗਵਾਨ ਆਪਣਾ ਰੂਪ ਬਦਲ ਕੇ ਤਪੋਵਨ ਵਿੱਚ ਪੁੱਜ ਗਏ। ਉਹਨਾਂ ਨੇ ਉਹ ਰੂਪ ਧਾਰਨ ਕੀਤਾ ਜੈਸਾ ਕਿ ਧਰੂ ਦੇ ਧਿਆਨ ਵਿੱਚ ਸੀ। ਅਡੋਲ ਤੇ ਅਹਿਲ ਸਮਾਧੀ ਨੂੰ ਤੋੜਿਆ ਤੇ ਦਰਸ਼ਨ ਦਿੱਤੇ। ਧਰੂ ਨੇ ਜਦੋਂ ਦਰਸ਼ਨ ਕੀਤੇ ਤਾਂ ਪ੍ਰਸੰਨ ਹੋ ਗਿਆ। ਉਸ ਦੀ ਪ੍ਰਸੰਨਤਾ ਵੇਖ ਕੇ ਭਗਵਾਨ ਨੇ ਬਚਨ ਕੀਤਾ, ਘੋਰ ਤਪੱਸਿਆ ਨਾਲ ਮਨ ਮੋਹਿਆ, ਜਾ ਰਾਜ ਮਿਲੇਗਾ। 26,000 ਸਾਲ ਰਾਜ ਕਰਕੇ ਅਮਰ ਹੋਏਗਾ। ਸ੍ਰਿਸ਼ਟੀ ਦੇ ਰਹਿੰਦੇ ਤੱਕ ਤੇਰਾ ਨਾਮ ਰਹੇਗਾ। ਇਹ ਵਰ ਦੇ ਕੇ ਆਪਣੇ ਭਗਤ ਨੂੰ ਘਰ ਵੱਲ ਤੋਰ ਕੇ ਭਗਵਾਨ ਵਿਸ਼ਨੂੰ ਆਪਣੇ ਆਸਨ ਵੱਲ ਚਲੇ ਗਏ। ਨਾਰਦ ਮੁਨੀ ਜੀ ਨੇ ਰਾਜੇ ਨੂੰ ਜਾ ਦੱਸਿਆ। ਉਹ ਰੱਥ ਲੈ ਕੇ ਅੱਗੋਂ ਲੈਣ ਆਇਆ। ਮੰਗਲਾਚਾਰ ਹੋਏ, ਪ੍ਰਜਾ ਨੇ ਖੁਸ਼ੀ ਮਨਾਈ ਤੇ ਰਾਣੀ ਸੁਨੀਤੀ ਆਈ। ਉਸ ਵਾਸਤੇ ਸੰਸਾਰ ਰੋਸ਼ਨ ਹੋ ਗਿਆ। ਸਭ ਨੂੰ ਵਧਾਈ ਦੇਣ ਲੱਗੇ। ਰਾਜਾ ਉਤਾਨਪਾਦ ਨੇ ਧਰੂ ਨੂੰ ਰਾਜ ਦੇ ਦਿੱਤਾ। ਭਗਵਾਨ ਦੇ ਵਰ ਕਰਕੇ ਭਗਤ ਧਰੂ ਜੀ ਨੇ 26,000 ਸਾਲ ਰਾਜ ਕੀਤਾ। ਮੁੜ ਕੇ ਉਹ ਅਮਰ ਹੋ ਗਏ। ਅੱਜ ਧਰੂ ਤਾਰੇ ਦੇ ਨਾਮ ਨਾਲ ਚੇਤੇ ਕੀਤਾ ਜਾਂਦਾ ਹੈ। ਉਹ ਜੀਵਨ ਦਾ ਇੱਕ ਅਮਿੱਟ ਤੇ ਅਡੋਲ ਕੇਂਦਰ ਹੈ। ਹੇ ਜਗਿਆਸੂ ਜਨੋ, ਜੋ ਭਗਤੀ ਕਰਦਾ ਹੈ ਉਹ ਉੱਤਮ ਪਦਵੀ ਪ੍ਰਾਪਤ ਕਰਦਾ ਹੈ। ਇਹ ਸਭ ਭਗਵਾਨ ਦੀ ਹੀ ਲੀਲਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।